ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰੋਗਰਾਮ ਧਰਮ ਤੇ ਸਮਾਜ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ ਜੀ। ਪਾਰਟ 1 ਦੇ ਵਿੱਚ ਡਾਕਟਰ ਨਾਜ ਹਰਾਂ ਕੋਲ ਕੁਝ ਇੱਕ ਗੱਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਦੇ ਉੱਤੇ ਅਸੀਂ ਕਰ ਰਹੇ ਸੀਗੇ। ਪਾਰਟ 2 ਲੈ ਕੇ ਹਾਜ਼ਰ ਤੁਹਾਡੀ ਸੇਵਾ 'ਚ ਹੋ ਗਏ ਹਾਂ। ਕੁਝ ਇੱਕ ਚੀਜ਼ਾਂ ਗੱਲਾਂ ਗੁਰੂ ਸਾਹਿਬ ਦੇ ਨਾਲ ਜਿਹੜੀਆਂ ਰਿਲੇਟਡ ਨੇ ਉਹਨਾਂ ਦੇ ਜੀਵਨ ਬਾਰੇ ਔਰ ਜਿੱਥੋਂ ਤੱਕ ਖਾਲਸਾ ਪੰਥ ਦੀ ਸਥਾਪਨਾ ਬਾਰੇ ਗੱਲਾਂ ਨੇ ਉਹ ਮੈਂ ਡਾਕਟਰ ਸਾਹਿਬ ਕੋਲ ਜਾਣਨੀਆਂ ਨੇ। ਡਾਕਟਰ ਸਾਹਿਬ ਇੱਕ ਵਾਰੀ ਤੁਹਾਡਾ ਫਿਰ ਸਵਾਗਤ ਹੈ ਜੀ। ਗਿਲ ਸਾਹਿਬ ਆਪਣਾ ਵਾਲੀਅਮ ਥੋੜਾ ਉੱਚਾ ਕਰੋ, ਮੈਨੂੰ ਸੁਣਦਾ ਘੱਟ ਆ। ਅੱਛਾ ਜੀ, ਵਾਲੀਅਮ ਉੱਚਾ ਕਰੋ ਜੀ। ਡਾਕਟਰ ਸਾਹਿਬ ਨੂੰ ਘੱਟ ਸੁਣਦਾ। ਹਾਂਜੀ ਜੀ ਡਾਕਟਰ ਸਾਹਿਬ। ਹਾਂਜੀ ਡਾਕਟਰ ਸਾਹਿਬ ਹੁਣ ਠੀਕ ਹੈ ਆਵਾਜ਼? ਜੀ ਜੀ ਹਾਂਜੀ ਡਾਕਟਰ ਸਾਹਿਬ, ਮੈਂ ਤੁਹਾਡਾ ਦੁਬਾਰਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡੇ ਕੋਲ ਜਾਣਨਾ ਚਾਹ ਰਿਹਾ ਸੀਗਾ, ਤੁਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਗੱਲ ਕਰ ਰਹੇ ਸੀਗੇ ਕਿ ਜਿਹੜਾ ਪੁਰਾਣ ਨੇ ਹਿੰਦੂ ਧਰਮ ਦੇ ਪੁਰਾਤਨ ਗ੍ਰੰਥ ਨੇ ਉਹਨਾਂ ਦੇ ਵਿੱਚ ਜਿਹੜਾ ਪੁਰਸ਼ ਬਾਰੇ ਗੱਲ ਕੀਤੀ ਤੁਸੀਂ ਤੇ ਬਲੀਦਾਨ ਬਾਰੇ ਗੱਲ ਕੀਤੀ, ਪਰ ਜਿਹੜਾ ਸਿੱਖ ਫਲਸਫਾ ਹੈ, ਕਿਉਂਕਿ ਤੁਸੀਂ ਤੇ ਕੰਪੈਰੀਟਿਵ ਸਟੱਡੀ ਦੇ ਉੱਤੇ ਕਾਫੀ ਮਿਹਨਤ ਕਰਕੇ ਵੱਡੀਆਂ ਡਿਗਰੀਆਂ ਲਈਆਂ ਹੋਈਆਂ ਨੇ, ਜਿਹੜਾ ਬਲੀਦਾਨ ਹੈ ਉਹ ਬਲੀ ਤੋਂ ਬਣਿਆ ਹੋਇਆ ਸ਼ਬਦ ਆ ਤੇ ਬਹੁਤ ਸਾਰੇ ਅਜੋਕੇ ਫਿਲਾਸਫਰ ਕਹਿੰਦੇ ਆ ਕਿ ਬਲੀਦਾਨ ਜਿਹੜਾ ਆ ਸਿੱਖ ਧਰਮ ਦੇ ਵਿੱਚ ਉਹਨੂੰ ਮਾਨਤਾ ਨਹੀਂ ਆ ਤੇ ਨਾ ਹੀ ਇਸ ਤਰ੍ਹਾਂ ਦੀ ਕੋਈ ਬਲੀ ਦੇਣ 'ਚ ਕੁਰਬਾਨੀ ਦੇਣ 'ਚ। ਹਾਂ, ਯੁੱਧ ਵਿੱਚ ਸ਼ਹੀਦ ਹੋ ਕੇ ਸ਼ਹੀਦ ਦਾ ਦਰਜਾ ਲੈਣਾ ਹੋਰ ਚੀਜ਼ ਆ ਤੇ ਬਲੀ ਦੇਣੀ ਕਿਸੇ ਦੀ ਆਪਣੇ ਹੱਥੀਂ ਉਹ ਜਿਹੜੀ ਚੀਜ਼ ਆ ਉਹਨੂੰ ਸਿੱਖ ਫਲਸਫਾ ਮਾਨਤਾ ਨਹੀਂ ਦਿੰਦਾ। ਤੇ ਇਹ ਗੱਲ ਜਿਹੜੀ ਆ ਇਹ ਹਕੀਕਤ ਨਾਲ ਮੇਲ ਖਾਂਦੀ ਹੈ ਤੁਹਾਡੇ ਹਿਸਾਬ ਨਾਲ? ਜੇ ਥੋੜੀ ਜੀ ਫਿਲਾਸਫੀਕਲ ਗੱਲ ਜੇ ਤੁਸੀਂ ਸਮਝਾ ਸਕੋ ਤਾਂ। ਔਖਾ ਜਿਹੀ ਗੱਲ ਆ ਜੀ ਪਰ ਗੱਲ ਅਸਲ ਦੇ ਵਿੱਚ ਇਹ ਆ ਕਿ ਦੇਰ ਇਜ਼ ਕੋਟੇਸ਼ਨ ਔਰ ਇਹ ਮੰਨੀ ਹੋਇਆ ਫਲਸਫਾ, ਭਾਵੇਂ ਉਹ ਸਮਾਜ ਆ, ਭਾਵੇਂ ਉਹ ਧਰਮ ਆ ਤੇ ਭਾਵੇਂ ਉਹ ਸਿਆਸਤ ਹੈ। ਹਾਂਜੀ, ਜਿੰਨਾ ਚਿਰ ਖੂਨ ਦੀ ਕੁਰਬਾਨੀ ਨਹੀਂ ਉਹਦੀ ਫਾਊਂਡੇਸ਼ਨ ਨਹੀਂ ਰੱਖੀ ਜਾ ਸਕਦੀ। ਕਿਵੇਂ ਇਹ ਹੋਇਆ? ਆਈ ਡੋਂਟ ਨੋ ਹਾਊ ਇਟ ਇਜ਼। ਹੁਣ ਤੁਸੀਂ ਨਜ਼ਰ ਮਾਰ ਕੇ ਦੇਖੋ ਵਾਈਡਲੀ ਸਾਰੇ ਸੰਸਾਰ 'ਤੇ ਕਿ ਜਦੋਂ ਭਾਵੇਂ ਉਹ ਪੋਲੀਟਿਕਸ ਆ, ਭਾਵੇਂ ਉਹ ਸਮਾਜ ਹੈ ਤੇ ਭਾਵੇਂ ਧਰਮ ਹੈ, ਜਿੰਨਾ ਚਿਰ ਫਾਊਂਡੇਸ਼ਨ ਉਹਦੀ ਨਹੀਂ ਹੁੰਦੀ ਬਲੀਦਾਨ 'ਤੇ, ਖੂਨ 'ਤੇ ਨਹੀਂ, ਉਹ ਕਾਇਮ ਨਹੀਂ ਰਹਿੰਦਾ। ਮਿਸਾਲ ਦੇ ਤੌਰ 'ਤੇ ਈਵਨ ਆਪਾਂ ਬਾਹਰ ਨਹੀਂ ਜਾਵਾਂਗੇ, ਬਹੁਤ ਵੱਡੀ ਗੱਲ ਹੋ ਜਾਏਗੀ। ਜਿਹੜੀ ਸਿੱਖ ਧਰਮ ਦੀ ਜਿਹੜਾ ਨਿਖਾਰ ਖਾਲਸਾ ਦਾ ਬਣ ਕੇ ਆਇਆ, ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਬਲੀ ਆ ਉਹ ਕਿਤੇ ਲੜਦੇ ਸ਼ਹੀਦ ਨਹੀਂ ਹੋਏ। ਇਟ ਵਾਜ਼ ਕੁਆਇਟ ਅ ਨੋਨ ਵਾਇਲੈਂਟ, ਇੱਕ ਮਰਸੀਫੁਲ ਸੈਕਰੀਫਾਈਸ, ਉਹਨਾਂ ਦੀ ਕੁਰਬਾਨੀ ਹੋਈ। ਔਰ ਮੈਂ ਸੋਚਦਾ ਕਿ ਸਿੱਖ ਧਰਮ ਦੀ ਫਾਊਂਡੇਸ਼ਨ ਜਿਹੜੀ ਸੀ ਉਹ ਬੇਗੁਨਾਹ ਖੂਨ ਸੀ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਦਿੱਤਾ। ਇਸੇ ਪ੍ਰਕਾਰ ਹੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਬਲੀ ਆ ਉਹ ਕਿਸੇ ਲੜਾਈ 'ਚ ਨਹੀਂ ਹੋਈ, ਉਹ ਵਾਇਲੈਂਸ ਨਹੀਂ ਹੋਈ ਕੋਈ, ਉਹ ਨੋਨ ਵਾਇਲੈਂਟ ਤਰੀਕੇ ਨਾਲ ਕਹਿੰਦੇ ਕਿ ਜੇ ਤੇਰੀ ਤਲਵਾਰ ਦੀ ਪਿਆਸ ਜਿਹੜੀ ਮੇਰੇ ਖੂਨ ਨਾਲ ਹੀ ਮਿਟਦੀ ਆ ਤੇ ਕਰ ਲੈ। ਗੁਰੂ ਗੋਬਿੰਦ ਸਿੰਘ ਜੀ ਦਾ ਉਹ ਆਪ ਵੀ ਸ਼ਹੀਦ ਹੋਏ, ਮਾਰੇ ਗਏ। ਉਹਨਾਂ ਦੇ ਬੇਟੇ ਜਿਹੜੇ ਸਾਹਿਬਜ਼ਾਦੇ ਸੀ ਉਹ ਸ਼ਹੀਦ ਹੋਏ, ਤਲਵਾਰਾਂ ਨਾਲ ਸ਼ਹੀਦ ਹੋਏ, ਨੀਹਾਂ 'ਚ ਚਿਣਾਏ ਗਏ, ਉਹਨਾਂ ਦੇ ਸਾਰੇ ਖਾਨਦਾਨ ਨੂੰ ਕੈਪਟਿਵ ਕੀਤਾ ਗਿਆ। ਮੈਂ ਸੋਚਦਾ ਕਿ ਸਿੱਖ ਧਰਮ ਦਾ ਜਿਹੜਾ ਕਨਸੈਪਟ ਆ ਉਹ ਸਾਰੇ ਦਾ ਸਾਰਾ ਹੀ ਕੁਰਬਾਨੀ ਦੇ ਉੱਤੇ ਨਿਰਭਰ ਆ। ਅੱਜ ਵੀ ਜੇ ਕੁਰਬਾਨੀ ਨਹੀਂ, ਜੇ ਹਿੰਦੁਸਤਾਨ ਦੇ ਵਿੱਚ ਜਿੰਨੇ ਸਿੱਖ ਸ਼ਹੀਦ ਹੋਏ ਆਜ਼ਾਦੀ ਲਈ ਗੋਰਿਆਂ ਦੇ ਵਕਤ ਦੇ ਵਿੱਚ, ਹੋਰ ਸਾਰੇ ਹਿੰਦੁਸਤਾਨ 'ਚ ਇੰਨੇ ਨਹੀਂ ਹੋਏ। ਔਰ ਉਹੀ ਕੁਰਬਾਨੀ ਸੀ ਕਿ ਗੋਰਾ ਜਿਹੜਾ ਸੀਗਾ ਰਾਜ ਉਹ ਮਜਬੂਰ ਹੋ ਗਿਆ ਕਿ ਯੈਸ। ਹਿੰਦੁਸਤਾਨ 'ਚ ਤੁਸੀਂ ਹੈਰਾਨ ਹੋ ਗਏ, ਇਟਲੀ ਦੀ ਗਵਰਨਮੈਂਟ ਟੁੱਟ ਗਈ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਬੇਗੁਨਾਹ ਲੋਕਾਂ ਨੂੰ ਮਾਰੀ ਜਾ ਰਹੇ ਤੇ ਉਹਨਾਂ ਨੂੰ ਸ਼ਹੀਦ ਕਰੀ ਜਾ ਰਹੇ। ਸੋ ਜਿਹੜਾ ਕਨਸੈਪਟ ਹੈ ਸ਼ਹੀਦੀ ਦਾ, ਈਵਨ ਜੀਸਸ ਕ੍ਰਾਈਸਟ ਦਾ ਸਲੀਬੀ ਮੌਤ ਮਰ ਜਾਣਾ, ਜਿਹੜਾ ਉਹਦੀ ਬਾਬਤ ਨੈਪੋਲੀਅਨ ਇੱਕ ਤਾਂ ਲਿਖਦਾ, ਕਹਿੰਦਾ ਕਿ ਇਹ ਤਾਂ ਮੈਂ ਜਾਣਦਾ ਨਹੀਂ ਉਹ ਨਾਸਤਿਕ ਸੀਗਾ, ਇਹ ਤਾਂ ਮੈਂ ਜਾਣਦਾ ਨਹੀਂ ਕਿ ਉਹ ਖੁਦਾ ਦਾ ਪੁੱਤਰ ਸੀ ਕਿ ਨਹੀਂ, ਪਰ ਇਹ ਮੈਂ ਜਾਣਦਾ ਕਿ ਹਰਕੁਲੀਸ ਤੋਂ ਲੈ ਕੇ ਹੇਠਾਂ ਤੱਕ ਜਿੰਨੇ ਲੋਕ ਪੈਦਾ ਹੋਏ ਉਹ ਜਿੱਦਣ ਮਰ ਗਏ ਤੇ ਨਾਲ ਹੀ ਉਹਨਾਂ ਦੀ ਹਕੂਮਤ ਵੀ ਖਤਮ ਹੋ ਗਈ। ਅਲੈਗਜ਼ੈਂਡਰ ਤੱਕ ਜਿੱਦਣ ਮਰ ਗਏ ਨਾਲ ਹੀ। ਪਰ ਆਹ ਬੰਦਾ, ਮੈਂ ਹੈਰਾਨ ਹਾਂ ਕਿ ਜਿੱਦਣ ਸੂਲੀ ਤੇ ਮਰਿਆ ਤੇ ਆਪਣੀ ਕੁਰਬਾਨੀ ਦਿੱਤੀ,
ਉਦਣ ਹੀ ਉਹਦੀ ਨੀਂਹ ਰੱਖੀ ਗਈ ਕ੍ਰਿਸਚੈਨਿਟੀ ਦੀ, ਤੇ ਉਹ ਵੱਧਦੀ ਹੀ ਚਲੀ ਜਾ ਰਹੀ ਹੈ, ਉਹ ਖਤਮ ਨਹੀਂ ਹੋ ਰਹੀ। ਤਾਂ ਮੈਂ ਇਸ ਗੱਲ ਨਾਲ ਐਗਰੀ ਨਹੀਂ ਕਰਦਾ। ਬਗੈਰ ਕੁਰਬਾਨੀ ਤੇ ਸਿੱਖ ਕੌਮ ਜਿਹੜੀ ਆ ਉਹ ਕਾਇਮ ਨਹੀਂ ਰਹਿ ਸਕਦੀ, ਤੇ ਅੱਜ ਵੀ ਨਹੀਂ ਰਹਿ ਸਕਦੀ ਜੇ ਕੁਰਬਾਨੀ ਦਾ ਜਜ਼ਬਾ ਉਹਨਾਂ ਦੇ ਵਿੱਚ ਨਾ। ਜੀ ਨਹੀਂ, ਮੇਰਾ ਸਵਾਲ ਥੋੜਾ ਜਿਹਾ ਸ਼ਾਇਦ ਆਪਾਂ ਮਿਕਸ ਕਰ ਗਏ। ਮੈਂ ਕੁਰਬਾਨੀ ਦੇ ਕਨਸੈਪਟ ਦੀ ਗੱਲ, ਬਲੀ ਜਿਹੜਾ ਬਲੀਦਾਨ ਦੇਣਾ ਜਿੱਦਾਂ ਕਿਹਾ ਜਾਂਦਾ ਵੀ ਗੁਰੂ ਸਾਹਿਬ ਨੇ ਬਲੀਦਾਨ ਦਿੱਤਾ ਤੇ ਹਿੰਦ ਜੀ ਚਾਦਰ ਕਹਾਏ। ਬਲੀਦਾਨ ਜਿਹੜਾ ਵਾ ਉਹ ਹੁੰਦਾ ਸਵੈ ਇੱਛਾ ਨਾਲ ਜਾ ਕੇ ਦਾਨ ਦੇ ਰੂਪ ਵਿੱਚ ਆਪਣੀ ਬਲੀ ਦੇ ਦੇਣੀ, ਜਿਹਨੂੰ ਸਿੱਖ ਧਰਮ ਦੀ ਜਿਹੜੀ ਬੇਸਿਕ ਫਿਲਾਸਫੀ ਆ ਸ਼ਾਇਦ ਉਹ ਅਪਰੂਵ ਨਹੀਂ ਕਰਦੀ। ਹਾਂ, ਸ਼ਹੀਦੀ ਦਾ ਕਨਸੈਪਟ ਬਹੁਤ ਵੱਡਾ ਕਨਸੈਪਟ ਆ। ਗੁਰੂ ਅਰਜਨ ਪਾਤਸ਼ਾਹ ਨੂੰ ਵੀ ਸ਼ਹੀਦਾਂ ਦੇ ਸਰਤਾਜ ਕਹਿ ਕੇ ਅਸੀਂ ਜਾਣਦੇ ਹਾਂ। ਗੁਰੂ ਤੇਗ ਬਹਾਦਰ ਦੀ ਸ਼ਹੀਦੀ ਵੀ ਅਮਨਪੂਰਵ ਢੰਗ ਨਾਲ ਬਿਨਾਂ ਹਥਿਆਰ ਚੁੱਕਿਆ, ਕੱਲਿਆਂ ਉਹਨਾਂ ਦੀ ਨਹੀਂ, ਉਹਨਾਂ ਦੇ ਨਾਲ ਜਿਹੜੇ ਭਾਈ ਮਤੀ ਦਾਸ ਜੀ, ਭਾਈ ਬਾਕੀ ਜਿਹੜੇ ਸਾਥੀ ਸੀ, ਜੇ ਕਿਸ ਤਰੀਕੇ ਨਾਲ ਉਹਨਾਂ ਦੀ ਸ਼ਹੀਦੀ ਹੁੰਦੀ ਆ, ਉਹਨਾਂ ਨੂੰ ਤਸੀਹੇ ਦੇ ਕੇ, ਪਰ ਉਹ ਡੋਲਣਾ ਨਹੀਂ ਆਪਣੇ ਉੱਤੋਂ। ਤੇ ਇੱਕ ਵੱਡਾ ਤਿਆਗ ਇੱਕ ਹੋਰ ਚੀਜ਼ ਹੈ ਤੇ ਬਲੀ ਇੱਕ ਹੋਰ ਚੀਜ਼ ਹੈ, ਸ਼ਹੀਦੀ ਇੱਕ ਹੋਰ ਚੀਜ਼। ਥੋੜਾ ਜਿਹਾ ਸ਼ਾਇਦ ਅਸੀਂ ਕਿਤੇ ਮਿਕਸ ਨਾ ਕਰਦੇ ਹੋਈਏ, ਕਿਉਂਕਿ ਬਹੁਤ ਸਾਰੇ ਵਿਦਵਾਨ ਕਹਿੰਦੇ ਆ ਕਿ ਬਲੀ ਦੀ ਜਿਹੜੀ ਪ੍ਰਥਾ ਆ ਉਹ ਸਿੱਖ ਧਰਮ 'ਚ ਬਿਲਕੁਲ ਜਿਹੜੀ ਆ ਉਹ ਅਪਰੂਵ ਨਹੀਂ ਕੀਤੀ ਜਾਂਦੀ। ਇਹ ਤਾਂ ਹੁਣ ਸਾਡੇ ਸਾਹਮਣੇ ਹੋਇਆ। ਪਤਾ ਨਹੀਂ ਉਹ ਬਲੀਦਾਨ ਨੂੰ ਕੀ ਸਮਝਦੇ। ਬਲੀਦਾਨ ਦਾ ਮਤਲਬ ਇਹ ਹੈ ਕਿ ਮਹਾਨ ਤਰੀਕੇ ਦੀ ਸ਼ਹੀਦੀ, ਹਾਂਜੀ, ਲੜਕੇ ਮਰਨ ਦੀ ਨਹੀਂ ਇਕੱਲੀ ਸ਼ਹੀਦੀ। ਅਸਲ 'ਚ ਉਹਨਾਂ ਦੇ ਕਨਸੈਪਟ ਦਿਮਾਗ 'ਚ ਇਹ ਅੜਿਆ ਹੋਇਆ ਕਿ ਜਿਹੜੇ ਜੰਗੇ ਮੈਦਾਨ 'ਚ ਲੜ ਕੇ ਮਰ ਜਾਣ ਉਹ ਸ਼ਹੀਦ ਹੁੰਦੇ। ਵਾਟ ਅਬਾਊਟ ਅਦਰ ਗੁਰੂਸ, ਜਿਹੜੇ ਬਗੈਰ ਕਿਸੇ ਗੱਲ ਤੋਂ ਗੁਰੂ ਜੀ ਦੇ ਛੋਟੇ ਬੱਚੇ ਜਿਹੜੇ ਆ, ਇਹਨੂੰ ਉਹ ਨੀਹਾਂ 'ਚ ਚਿਣਾ ਦਿੱਤੇ ਗਏ। ਇਹਨੂੰ ਵੱਡੀ ਬਲੀਦਾਨ ਕੀ ਹੋਣਾ? ਮੇਰਾ ਮਤਲਬ ਕਹਿਣ ਦਾ ਸੀ ਕਿ ਜਿਹੜਾ ਪਾਪ ਦਾ ਖੰਡਨ ਆ ਉਹ ਬਲੀ ਤੋਂ ਬਗੈਰ ਨਹੀਂ ਹੁੰਦਾ। ਈਵਨ ਪਹਿਲਿਆਂ ਸਮਿਆਂ ਦੇ ਵਿੱਚ ਹੀ ਕੀ ਕਰਦੇ ਹੁੰਦੇ ਸੀ ਜਿਹੜੇ ਹਿੰਦੁਸਤਾਨ ਦੇ ਵਿੱਚ ਅਸ਼ੁਮੇਵ ਯੱਗ ਕੀ ਸੀ, ਉਹ ਕਨਸੈਪਟ ਤਾਂ ਉਹੀ ਸੀਗਾ ਕਿ ਜੇ ਤੁਸੀਂ ਦੇਖੋ ਉਹਨਾਂ ਦੇ ਉਹ ਪੁਰਾਤਨ ਜਿਹੜੇ ਉਹਨਾਂ ਦੇ ਸ਼ਾਸਤਰ ਉਹਨਾਂ ਦੇ ਵਿੱਚ ਕਿ ਘੋੜੇ ਦੀ ਕੁਰਬਾਨੀ ਜਿਹੜੀ ਦਿੱਤੀ ਜਾਏ ਉਹਦੇ ਨਾਲ 1 ਸਾਲ ਦੇ ਪਾਪ ਖੰਡਨ ਹੋ ਜਾਂਦੇ। 100 ਸਾਲ ਦੇ ਪਾਪ ਖੰਡਨ ਹੋ ਜਾਂਦੇ। ਪਰ ਜੇ ਇੱਕ ਪਵਿੱਤਰ ਪੁੱਤਰ ਪੂ ਦਾ ਮਤਲਬ ਅੰਧਕਾਰ, ਤ੍ਰੈ ਮਨ ਤੋੜਨਾ, ਜੇ ਪੁੱਤਰ ਦੀ ਕੁਰਬਾਨੀ ਦਿੱਤੀ ਜਾਵੇ ਤੇ ਸਾਰੀ ਉਮਰ ਦੀ ਤੁਹਾਡੇ ਪਾਪਾਂ ਦਾ ਜਿਹੜਾ ਖੰਡਨ ਹੋ ਜਾਂਦਾ। ਤਾਂ ਆਈ ਡੋਂਟ ਨੋ ਵਾਈ ਇਟ ਇਜ਼ ਸੋ। ਦੁਨੀਆ ਦਾ ਸਾਰਾ ਇਤਿਹਾਸ ਇਹ ਗੱਲ ਕਹਿੰਦਾ। ਅੱਜ ਵੀ ਹਿੰਦੁਸਤਾਨ ਦੇ ਵਿੱਚ ਕਈ ਵਾਰੀ ਨਾ ਛੋਟੇ ਬੱਚਿਆਂ ਨੂੰ ਫੜ ਕੇ ਜਿਹੜਾ ਉਹਨਾਂ ਦਾ ਪਹਿਲਾ ਪੁੱਤਰ ਹੁੰਦਾ ਤੇ ਉਹ ਦੇਵੀ ਦੀ ਕੁਰਬਾਨੀ ਦੇ ਦਿੰਦੇ, ਕਿਉਂਕਿ ਉਹ ਸਾਈਕੀ ਦਿਮਾਗ ਦੇ ਵਿੱਚ ਬੈਠੀ ਹੋਈ ਹੈ। ਔਰ ਇਹ ਸੱਚੀ ਗੱਲ ਹੈ ਕਿ ਜਿੰਨਾ ਚਿਰ ਕੁਰਬਾਨੀ ਨਹੀਂ ਉਹਨਾਂ ਚਿਰ ਫਾਊਂਡੇਸ਼ਨ ਸਟੋਨ ਨਹੀਂ ਰੱਖਿਆ ਜਾ ਸਕਦਾ ਕਿਸੇ ਧਰਮ ਦਾ। ਤੇ ਸਿੱਖ ਧਰਮ ਦਾ ਮੈਂ ਆਈ ਡੋਂਟ ਡਿਸਐਗਰੀ ਵਿਦ them whatever they say, ਪਰ ਮੇਰਾ ਖਿਆਲ ਇਹ ਆ ਕਿ ਸਿੱਖ ਧਰਮ ਜੇ ਕਾਇਮ ਹੈ ਅੱਜ ਤੱਕ ਕੁਰਬਾਨੀ ਤੇ ਕਿਆ। ਬਿਲਕੁਲ ਡਾਕਟਰ ਸਾਹਿਬ, ਜਿਹੜਾ ਪਾਪ ਨੂੰ ਧੋਣਾ ਜਿਹੜਾ ਆ ਨਾ, ਤੇ ਪਾਪ ਕਰਕੇ ਪਾਪ ਨੂੰ ਧੋਣਾ, ਘੋੜੇ ਦੀ ਬਲੀ ਦੇ ਕੇ 100 ਸਾਲ ਦੇ ਕੀਤੇ ਪਾਪ ਖਤਮ ਹੋ ਜਾਣਗੇ, ਇਹ ਮਿੱਥ ਜਿਹੜੀ ਆ ਸ਼ਾਇਦ ਇਹ ਹਜਮ ਨਹੀਂ ਹੁੰਦੀ। ਤੇ ਇਹ ਨਹੀਂ ਹਜ਼ਮ ਹੁੰਦੀ। ਇਸੇ ਤਰ੍ਹਾਂ ਹੀ ਕੋਈ ਵਿਅਕਤੀ, ਹਾਂ ਕੋਈ ਵਿਅਕਤੀ ਇਸਲਾਮ 'ਚ ਮੈਂ ਜ਼ਰੂਰ ਪੜ੍ਹਦਾ, ਸ਼ਾਇਦ ਹੁਸੈਨ ਹਰਾਂ ਦੇ ਨਾਲ ਆ, ਕਿ ਉਹਨਾਂ ਨੇ ਆਪਣੇ ਬੇਟੇ ਦੀ ਕੁਰਬਾਨੀ ਦੀ ਮੰਗੀ ਸੀ, ਉਹਨਾਂ ਤੇ ਦੇਣੀ ਪਈ, ਦਿੱਤੀ, ਤੇ ਜਿਸ ਤੋਂ ਉਹਨਾਂ ਦਾ ਬੜਾ ਵੱਡਾ ਨਾਂ ਬਣਿਆ। ਆਪਣੇ ਬੇਟੇ ਦੀ ਕੁਰਬਾਨੀ ਦੀ ਕਿਸੇ ਪੰਡਤ, ਕਿਸੇ ਉਸ ਜਿਹੜੇ ਹਿੰਦੂ ਧਰਮ ਦੇ ਮਰਿਆਦਾ ਬਣਾਉਣ ਵਾਲੇ ਲੋਕ ਆ, ਉਹਨਾਂ ਨੇ ਕਦੀ ਨਹੀਂ ਦਿੱਤੀ। ਘੋੜਿਆਂ ਝੋਟਿਆਂ ਦੀ ਕੁਰਬਾਨੀ ਨਾਲ ਪਾਪ ਮਨੁੱਖ ਦੇ ਦੂਰ ਹੋ ਜਾਣਗੇ, ਇਹ ਚੀਜ਼ ਅਜੇ ਵੀ ਆਪਣੀ ਸਮਝ ਤੋਂ ਬਾਹਰ ਆ। ਤੇ ਖਾਸ ਕਰਕੇ ਜਿਹੜੀ ਬਲੀ ਬੱਚਿਆਂ ਦੀ ਵੀ ਦਿੱਤੀ ਜਾਂਦੀ, ਉਹ ਲੋਕਾਂ ਦੇ, ਗਰੀਬਾਂ ਦੇ ਬੱਚੇ ਫੜ ਕੇ ਬਲੀ ਦੇ ਦਿੱਤੀ ਜਾਂਦੀ ਸੀ। ਕਦੀ ਇਹ ਸੁਣਿਆ ਕਿ ਕਿਸੇ ਪੁਜਾਰੀ ਨੇ ਆਪਣੇ ਬੇਟੇ ਦੀ ਬਲੀ ਦਿੱਤੀ ਹੋਵੇ? ਨਹੀਂ, ਇਹ ਤਾਂ ਤੁਹਾਡੀ ਗੱਲ ਠੀਕ ਹੈ, ਪਰ ਆਪਾਂ ਬਲੀ ਤੇ ਹੀ ਰਹੀਏ ਨਾ। ਹੁਣ ਕਿਵੇਂ ਦਿੱਤੀ ਇਹ ਨਹੀਂ ਗੱਲ। ਸਵਾਲ ਤੇ ਇਹ ਆ ਕਿ ਫਾਊਂਡੇਸ਼ਨ ਸਟੋਨ ਹੈ ਕਿਸੇ ਰਿਲੀਜਨ ਦਾ, ਕਿਸੇ ਫਲਸਫੇ ਦਾ, ਕਿਸੇ ਪੋਲਿਟਿਕਸ ਦਾ। ਜਿੰਨਾ ਚਿਰ ਉਹ ਮਰੇ ਨਹੀਂ, ਉਹਦੇ ਲਈ ਕੁਰਬਾਨੀ ਨਹੀਂ ਹੋਈ, ਉਹਨਾਂ ਚਿਰ ਉਹ ਕਾਇਮ ਨਹੀਂ ਰਿਹਾ। ਚਲੋ ਡਾਕਟਰ ਸਾਹਿਬ, ਆਪਾਂ ਅੱਗੇ ਵੱਧਦੇ ਹਾਂ। ਜ਼ਿਕਰ ਅੱਗੇ ਵੀ ਇੱਕ ਦੀ ਵਾਰ ਤੁਸੀਂ ਕੀਤਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਘਿਰੇ ਹੋਏ ਸੀਗੇ, ਜਾਂ ਉਹਨਾਂ ਦਾ ਜਿਹੜਾ ਜੀਵਨ ਸੀ ਉਸ ਦੌਰਾਨ ਅਗਰ ਜਿਹੜੇ ਨਾਰਾਜ਼ ਪਰਿਵਾਰ ਸੀਗੇ ਗੁਰੂ ਘਰਾਂ ਨਾਲੋਂ, ਉਹ ਉਹਨਾਂ ਦਾ ਸਾਥ ਦਿੰਦੇ, ਤੇ ਸ਼ਾਇਦ ਇਤਿਹਾਸ ਸਿੱਖੀ ਦਾ ਕੁਝ ਹੋਰ ਹੁੰਦਾ। ਸੋਢੀ ਤੇ ਰਾਮ ਰਾਈਏ, ਧੀਰ ਮੱਲੀਏ ਤੇ ਮੀਣੇ ਜੋ ਵੀ ਸੀ, ਜਿਨ੍ਹਾਂ ਨੂੰ ਖਾਲਸਾ ਪੰਥ ਆਪਣੇ ਦੋਖੀ ਸਮਝਦਾ ਰਿਹਾ ਤੇ ਹੁਣ ਵੀ ਸਮਝਦਾ। ਇਹ ਇੱਕ ਘਟਨਾ ਮੈਂ ਇਤਿਹਾਸ 'ਚ ਇੱਕ ਤਰ੍ਹਾਂ ਦੀ ਵੀ ਆਉਂਦੀ ਆ ਕਿ ਜਦੋਂ ਗੁਰੂ ਸਾਹਿਬ ਪਾਉਂਟਾ ਸਾਹਿਬ ਸੀਗੇ
ਤੇ ਗੁਰੂ ਸਾਹਿਬ ਜਿਹੜੇ ਰਾਮ ਰਾਈਏ ਆ, ਤੁਹਾਨੂੰ ਪਤਾ ਉਹ ਕਾਫੀ ਸਾਰੇ ਉਸ ਏਰੀਏ 'ਚ ਰੋਪੜ ਤੋਂ ਲਾ ਕੇ ਇੱਕ ਬੈਲਟ ਆ ਪੂਰੀ ਅੱਜ ਵੀ, ਜਿਹੜੇ ਰਾਮ ਰਾਏ ਦੇ ਅਨੁਆਈ ਨੇ। ਤੇ ਉਹਨਾਂ ਦੇ ਪਰਿਵਾਰ ਨਾਲ ਮਿਲਾਪ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਿਜ਼ੀਕਲੀ ਕੋਸ਼ਿਸ਼ ਵੀ ਕੀਤੀ ਸੀ। ਕਿਤੇ ਮੈਂ ਕਿਤੋਂ ਪੜ੍ਹਿਆ ਸੀਗਾ ਕਿ ਗੁਰੂ ਸਾਹਿਬ ਨੇ ਉਹ ਰਾਮ ਰਾਈਆਂ ਦੇ ਨਾਲ ਜਾ ਕੇ ਤੇ ਕਿਤੇ ਨਾ ਕਿਤੇ ਗੱਲਬਾਤ ਤੋਰੀ ਸੀ ਕਿ ਇੱਕ ਪਰਿਵਾਰ ਹੈ ਤੇ ਆਪਾਂ ਇਕੱਠੇ ਹੋ ਕੇ ਅੱਗੇ ਚੱਲ ਕੇ ਤੇ ਇੱਕ ਨਵਾਂ ਮਿਸ਼ਨ ਜਿਹੜਾ ਆ ਉਹਨੂੰ ਸੰਪੂਰਨ ਕਰਨ ਵੱਲ ਜਾਣਾ ਹੈ। ਉਹ ਪਤਾ ਨਹੀਂ ਉਹ ਗੱਲ ਨਿਪਰੇ ਨਾ ਚੜ ਸਕੀ ਜਾਂ ਕੀ ਹੋਇਆ, ਤੇ ਪਰ ਗੁਰੂ ਸਾਹਿਬ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਕਿ ਜਿਹੜੇ ਭੁਲੇਖੇ ਪਏ ਨੇ ਸਿੱਖੀ ਦੇ ਵਿੱਚ, ਕੁਝ ਲੋਕ ਉਖੜ ਗਏ ਰਾਹ ਚੋਂ ਲਾਂਭੇ ਹੋ ਗਏ ਸੀ, ਉਹਨਾਂ ਨੂੰ ਨਾਲ ਜੋੜ ਦਿਆ ਜਾਵੇ, ਪਰ ਉਹ ਬਦਕਿਸਮਤੀ ਆ ਕਿ ਸ਼ਾਇਦ ਨਹੀਂ ਹੋ ਸਕਿਆ। ਅਸਲ ਵਿੱਚ ਗਿੱਲ ਸਾਹਿਬ ਇਹਦੇ ਵਿੱਚ ਤੁਹਾਡੀ ਵੀ ਗੋਤ ਵਾਲੇ ਬੰਦੇ ਬਹੁਤ ਸੀਗੇ। ਹਾਂਜੀ। ਇਹ ਜਿਹੜੇ ਮਤਲਬ ਉਹ ਜਿਹੜੇ ਈਵਨ ਦੇਹਰਾਦੂਨ ਦੇ ਜਿਹੜੇ ਸੀਗੇ ਰਾਮ ਰਾਏ ਵਾਲੇ, ਰਾਮ ਰਾਈਏ, ਹਾਂਜੀ ਰਾਮ ਰਈਏ, ਉਹ ਗੇਲੀ ਸੀ ਸਾਰੇ। ਪਰ ਮੇਰਾ ਮਤਲਬ ਇਹ ਨਹੀਂ ਵੀ ਤੁਹਾਡੇ ਉੱਤੇ ਮੈਂ ਨਹੀਂ ਪਤਾ ਹੋਣਾ ਚਾਹੀਦਾ ਸਰ, ਪਤਾ ਹੋਣਾ ਚਾਹੀਦਾ। ਹਾਂਜੀ। ਅੱਛਾ, ਉਹ ਮੇਰੀ ਸਟੱਡੀ ਚ ਆਉਂਦਾ ਨਾ ਕਿਹੜੇ ਕਬੀਲੇ ਸੀ ਉਹ। ਅੱਛਾ ਜੀ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਗੁਰੂ ਜੀ ਨੇ ਆਪਣੇ ਵੱਲੋਂ ਹਰ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਠੀਕ ਰਾਹ ਤੇ ਲਿਆਂਦਾ ਜਾਏ। ਇਹ ਅੱਜ ਸਿਰਫ ਇਸ ਲਈ ਮੈਂ ਕ੍ਰਿਸਚੀਅਨਟੀ ਦੀ ਗੱਲ ਕਰਦਾ ਕਿ ਯਿਸੂ ਮਸੀਹ ਦੇ ਮਰ ਜਾਣ ਦੇ ਬਾਅਦ ਵਿੱਚ ਕਨਫਲਿਕਟ ਇਦਾਂ ਦੇ ਵੀ ਪੈਦਾ ਹੋ ਗਏ। ਮਿਸਾਲ ਦੇ ਤੌਰ ਤੇ ਗ੍ਰੀਕ ਫਲਸਫਾ ਜਿਹੜਾ ਸਭ ਤੋਂ ਪਹਿਲੋਂ ਚਰਚ ਜਿਹੜੇ ਸੀ ਗ੍ਰੀਸ ਦੇ ਵਿੱਚ, ਯੂਨਾਨ ਦੇ ਵਿੱਚ ਪੜ੍ਹੀ, ਉਹਨਾਂ ਦੇ ਵਿੱਚ ਬੜੇ ਸਕਾਲਰ ਸੀ। ਉਹਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਉਹ ਬਣਾਉਣੇ ਸ਼ੁਰੂ ਕਰਤੇ ਔਰ ਸੰਤ ਪਾਲ ਨੇ ਉਹਨਾਂ ਨੂੰ ਕੰਡੈਮ ਕੀਤਾ ਕਿ ਨੋ, ਜਿਹੜੀ ਮੇਨ ਗੱਲ ਆ ਉਹਦੇ ਤੇ ਰਹਿਣਾ, ਬਾਹਰ ਨਹੀਂ ਜਾਣਾ। ਉਹ ਅੱਜ ਵੀ ਹੈਗੇ ਲੋਕ ਉਹਦੇ ਵਿੱਚ। ਤੇ ਜੇ ਸਿੱਖ ਧਰਮ ਦੇ ਵਿੱਚ ਜੇ ਅੱਜ ਵੀ ਡੇਰੇ ਸੰਤਾਂ ਮਹੰਤਾਂ ਵਾਲੇ ਹੈਗੇ, ਅਸੀਂ ਉਹਨਾਂ ਨੂੰ ਕੀ ਕਰ ਸਕਦੇ? ਉਹਨਾਂ ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਆ ਕਿ ਉਹਨਾਂ, ਤੁਸੀਂ ਹੈਰਾਨ ਹੋਗੇ ਕਿ ਉਨੀ ਪੂਜਾ ਉਹਨਾਂ ਦੀ ਹੁੰਦੀ ਆ ਰਾਈਟ ਸਿੱਖ ਡਾਕਟਰ ਦੀ ਨਹੀਂ ਹੁੰਦੀ ਜਿੰਨੀ ਉਹਨਾਂ ਸੰਤਾਂ ਮਹੰਤਾਂ ਦੀ ਹੁੰਦੀ। ਅਸੀਂ ਕੀ ਕਰ ਸਕਦੇ ਉਹਨਾਂ ਦੀ ਬਾਤ? ਪਰ ਜਿਹੜਾ ਮੇਨ ਸਟ੍ਰੀਮ ਸੀ, ਮਿਸਾਲ ਦੇ ਤੌਰ ਤੇ ਡਾਕਟਰ ਕੀ ਹੈ? ਇੱਕ ਓਂਕਾਰ, ਵਨ ਗॉड, ਸਤਨਾਮ, ਹੀ ਇਜ਼ ਟਰੂਥ, ਕਰਤਾ ਪੁਰਸ਼, ਉਹ ਪੁਰਸ਼ਾਂ ਨੂੰ ਬਣਾਉਣ ਵਾਲਾ, ਅਕਾਲ ਮੂਰਤ, ਯੂਨੀਸੈਫ, ਯੂ ਨੋ ਆਲ ਦੈਟ। ਇਹ ਸਾਰੇ ਦਾ ਸਾਰਾ ਇੱਕ ਡਾਕਟਰ ਆ ਜਿਹੜਾ ਸਿੱਖ ਧਰਮ ਦਾ। ਜਦੋਂ ਇਹਨੇ ਤੋਂ ਉਲਝ ਕੇ ਜਿਹੜੇ ਆਪ ਗੁਰੂ ਬਣ ਜਾਂਦੇ ਤੇ ਆਪ ਗॉड ਬਣ ਕੇ ਬੈਠੇ, ਉਹ ਸਿੱਖ ਧਰਮ ਨੂੰ ਢਾਹ ਲਾਉਂਦੇ। ਤੇ ਉਦੋਂ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਹ ਇਕੱਠੇ ਕੀਤੇ ਤੇ ਇਹੋ ਮਤਲਬ ਸੀ ਕਿ ਤੁਸੀਂ ਆਪਣੇ ਆਪਣੇ ਰਾਹ ਬੰਦ ਕਰੋ, ਜਿਹੜਾ ਰਾਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਡਾ ਅਸੀਂ ਦੱਸਿਆ ਉਹਦੇ ਉੱਤੇ ਚੱਲੋ। ਪਰ ਉਹ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਏ ਕਿਉਂਕਿ ਉਹ ਮੌਕਾ ਪ੍ਰਸਤ ਸੀ। ਉਹਨਾਂ ਨੇ ਉਹ ਗੱਲ ਨਹੀਂ ਮੰਨੀ ਤੇ ਨਾ ਮੰਨਣਾ ਚਾਹੁੰਦੇ ਸੀ। ਉਹ ਮੁਗਲਾਂ ਨਾਲ ਰਲੇ ਸੀਗੇ। So that's what I think. ਇਹ ਮੌਕੇ ਤੇ ਡਾਕਟਰ ਸਾਹਿਬ ਫਿਰ ਗੁਰੂ ਸਾਹਿਬ ਦੇ ਜੀਵਨ ਤੋਂ ਬਾਅਦ ਵੀ ਬਹੁਤ ਵਾਰ ਆਏ। ਬਾਬਾ ਬੰਦਾ ਬਹਾਦਰ ਸਾਹਿਬ ਦੇ ਜਿਹੜੇ ਯੁੱਧ ਹੋਏ ਉਸ ਦੌਰਾਨ ਵੀ ਸਿੱਖ ਧਰਮ ਦੇ ਵਿੱਚ ਕਈ ਤਰ੍ਹਾਂ ਦੇ ਵੱਖਰੇਵੇਂ ਆਏ, ਜਿਹਦੇ ਵਿੱਚ ਮਾਤਾਵਾਂ ਕੋਲੋਂ ਹੁਕਮਨਾਮੇ ਲਿਖਵਾਏ ਗਏ ਔਰ ਕਿਹਾ ਗਿਆ ਕਿ ਹੁਣ ਜਿਹੜੇ ਆ ਸਿੱਖ ਨੇ ਉਹ ਆਪਣੇ ਹਥਿਆਰ ਸੁੱਟ ਦੇਣ ਤੇ ਉਹ ਹਲ ਵਾਹੁਣ, ਆਪਣੀ ਮਿਹਨਤ ਮਜ਼ਦੂਰੀ ਕਰਨ ਤੇ ਫੌਜ 'ਚ ਭਰਤੀ ਕਰਾਏ ਗਏ। ਮੁਗਲਾਂ ਦੀ ਮਤਲਬ ਛਤਰਛਾਇਆ 'ਚ ਬਹੁਤ ਸਾਰੇ ਲੋਕ ਚਲੇ ਗਏ ਸੀ, ਜਿਨ੍ਹਾਂ 'ਚ ਬਾਬਾ ਮਨੋਜ ਸਿੰਘ ਨਾਂ ਦਾ, ਜੇ ਤੁਸੀਂ ਹਿਸਟੋਰੀਕਲ ਫੈਕਟ ਚੈੱਕ ਕਰੀਏ, ਜਿਹੜੇ ਸਿੱਖ ਗੁਰੂ ਸਾਹਿਬ ਨੇ ਬੰਦਾ ਬਹਾਦਰ ਦੇ ਨਾਲ ਭੇਜੇ ਸੀ, ਉਹਨਾਂ ਵਿੱਚੋਂ ਹੀ ਬਾਬਾ ਬਨੋਦ ਸਿੰਘ ਹੀਰੀ, ਉਹਨਾਂ ਦਾ ਬੇਟਾ ਮੀਰੀ ਸਿੰਘ ਤੇ ਉਹਨਾਂ ਦਾ ਪੋਤਰਾ ਸ਼ਾਇਦ ਕਾਨ ਸਿੰਘ ਤੇ ਪੋਤਰਾ ਮੀਰੀ ਸਿੰਘ, ਇਹ ਜਿਹੜੇ ਆ ਇਹ ਮੁਗਲਾਂ ਦੀ ਸ਼ਰਨ 'ਚ ਚਲੇ ਗਏ। ਕਿਹਾ ਜਾਂਦਾ ਕਿ ਬਾਬਾ ਬੰਦਾ ਬਹਾਦਰ ਨੂੰ ਕੱਲਿਆਂ ਛੱਡ ਕੇ ਗੁਰਦਾਸ ਨੰਗਲ ਦੀ ਗੜੀ 'ਚ ਬਾਬਾ ਬਨੋਦ ਸਿੰਘ ਹੀਰੀ ਜਿਹੜੇ ਉਹ ਨਿਕਲ ਗਏ ਸੀਗੇ। ਤੇ ਉਹਨਾਂ ਨੂੰ ਸ਼ੁਰੂ ਤੋਂ ਇਹ ਸੀਗਾ ਕਿ ਗੁਰੂ ਸਾਹਿਬ ਨੇ ਏਡਾ ਵੱਡਾ ਜਿਹੜਾ ਇਹ ਮਾਣ ਹੈ ਇੱਕ ਬਾਹਰਲੇ ਬੰਦੇ ਨੂੰ ਦੇ ਦਿੱਤਾ, ਜਦੋਂ ਕਿ ਅਸੀਂ ਵਿੱਚ ਹਾਜ਼ਰ ਸੀ ਸਾਨੂੰ ਉਹ ਮਾਣ ਨਹੀਂ ਦਿੱਤਾ ਗਿਆ। ਉਹ ਖੁਦ ਸਿੱਖ ਪੰਥ ਦੇ ਜਰਨੈਲ ਵਾਂਗੂ ਉੱਭਰਨਾ ਚਾਹੁੰਦੇ ਸੀ ਕਿਉਂਕਿ ਉਹ ਗੁਰੂ ਸਾਹਿਬ ਦੀ ਕੁਲ ਵਿੱਚੋਂ ਸੀਗੇ ਪਿੱਛੋਂ। ਇਸ ਕਰਕੇ ਸ਼ਾਇਦ ਉਹਨਾਂ ਨੂੰ ਇਹ ਭਰਮ ਸੀਗਾ ਕਿ ਮੈਂ ਬਾਬੇ ਬੰਦੇ ਬਹਾਦਰ ਤੋਂ ਵੱਡਾ ਯੋਧਾ ਵਾਂ ਜਾਂ ਵੱਡਾ ਯੋਧਾ ਬਣ ਸਕਦਾ ਸੀਗਾ। ਪਰ ਗੁਰੂ ਸਾਹਿਬ ਦੀ ਜਿਹੜੀ ਪਾਰਖੂ ਆਖਿਆ, ਉਹਨਾਂ ਨੂੰ ਬਾਬਾ ਬੰਦਾ ਬਹਾਦਰ ਸਾਹਿਬ ਜਿਹੜੇ ਸੀਗੇ ਉਹ ਸਹੀ ਤੌਰ ਤੇ ਅੱਗੇ ਆਪਣੀ ਵਿਰਾਸਤ ਨੂੰ ਲੈ ਕੇ ਜਾਣ ਵਾਲੇ ਵਿਅਕਤੀ ਦੇ ਤੌਰ ਤੇ ਨਜ਼ਰ ਆਏ। ਤੁਸੀਂ ਬਿਲਕੁਲ ਠੀਕ ਕਹਿ ਰਹੇ। ਇਹ ਚੈਪਟਰ ਇਸ ਕਿਸਮ ਦਾ ਅਸਲ 'ਚ ਮੈਂ ਪਹਿਲੋਂ ਜਿਹੜੀ ਫਾਰਮੇਸ਼ਨ ਸੀ ਨਾ
ਪੰਜ ਪਿਆਰਿਆਂ ਦੀ ਉਹਨਾਂ 'ਤੇ ਗੱਲ ਕਰਨਾ ਚਾਹੁੰਦਾ ਸੀ। ਬਾਅਦ 'ਚ ਮੈਨੂੰ ਸਵਾਲ ਕਰਨਾ ਇਸ ਚੀਜ਼ ਦਾ, ਚਲੋ ਇਹ ਪਹਿਲਾਂ ਕਰ ਲੈਂਦੇ ਕਿ ਬੰਦਾ ਬਹਾਦਰ ਜੀ ਦਾ ਇੱਕ 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 ਮਸਾ ਕਰਕੇ, ਜਿਹਨੂੰ ਕਹਿੰਦੇ ਨਾ ਮਨਸ ਕਰਕੇ, ਇੱਕ ਇੱਕ ਬੈਰਾਗੀ ਨੂੰ ਇੱਕ ਸਿੱਖ ਯੋਧਾ ਬਣਾ ਕੇ, ਜਰਨੈਲ ਬਣਾ ਕੇ ਘੱਲ ਦੇਣਾ, ਇਹ ਇੱਕ ਛੋਟੀ ਕਰਾਮਾਤ ਨਹੀਂ ਸੀ। ਔਰ ਤੁਸੀਂ ਹੈਰਾਨ ਹੋਵੋਗੇ ਕਿ ਸਾਰੇ ਪੰਜਾਬ ਨੂੰ ਉਹਨਾਂ ਨੇ ਆਜ਼ਾਦ ਕਰਾਇਆ ਤਾਂ ਸਿੰਧ ਨੂੰ ਆਪਣੇ ਚਮਕੌਰ ਦੀ ਗੜੀ ਤੋਂ ਲੈ ਕੇ ਇੱਕ ਇੱਕ ਚੀਜ਼ ਨੂੰ ਆਜ਼ਾਦ ਕਰਾਇਆ। ਔਰ ਮੁਗਲਾਂ ਦੀ ਇੱਕ ਬਹੁਤ ਵੱਡੀ ਸ਼ਿਕਸਤ ਸੀ। ਪਰ ਹੋਇਆ ਇਹ ਕਿ ਉਹਨਾਂ ਦੇ ਜੀਂਦਿਆਂ ਕੀ ਹੋਇਆ ਕਿ ਇਹ ਮੇਰੇ ਲਈ ਬੜੀ ਹੀ ਅਜੀਬ ਗੱਲ ਹੈ ਔਰ ਦੁਖਦਾਈ ਗੱਲ ਆ ਕਿ ਉਹਨਾਂ ਦੇ ਜੀਂਦਿਆਂ ਦੀ ਐਡੀ ਰਿਵੋਲਟ ਹੋਈ ਕਿ ਮੌਕਾ ਪ੍ਰਸਤੀ ਨੇ ਬੰਦ ਕਰਾ ਦਿੱਤਾ ਕਿ ਬੰਦਾ ਬਹਾਦਰ ਜੀ ਨੂੰ ਗ੍ਰਿਫਤਾਰ ਕਰਾ ਦਿੱਤਾ ਔਰ ਜਿਹੜੀ ਤਸੀਹੇ ਦੇ ਕੇ ਉਹਨਾਂ ਨੇ ਮੌਤ ਕੀਤੀ ਉਹ ਆਪਣੇ ਸਾਹਮਣੇ ਹੈਗੀ। ਅੱਛਾ, ਹੁਣ ਜਿਹੜੀ ਗੱਲ ਇਹ ਹੈ ਕਿ ਜਿਹੜੀ ਕੌਮ ਆ ਨਾ, ਹਮੇਸ਼ਾ ਹੀ, ਹੁਣ ਇਹ ਬਿਲਕੁਲ ਗਲਤ ਗੱਲ ਹੈ ਜੀ, ਰੋਮ ਦੇ ਬਾਦਸ਼ਾਹ ਨੇ ਫੜ ਕੇ ਯਿਸੂ ਮਸੀਹ ਨੂੰ ਮਾਰਤਾ, ਇੱਦਾਂ ਨਹੀਂ ਹੋਈ। ਉਹਨਾਂ ਨੂੰ ਮਾਰਨ ਵਾਲੇ ਯਹੂਦੀ ਸੀ ਉਹਦੇ ਆਪਣੇ, ਤੇ ਯਿਸੂ ਮਸੀਹ ਦੇ ਸ਼ਬਦ ਵੀ ਹੈ ਕਿ ਇੱਕ ਪੈਗੰਬਰ ਆਪਣਿਆਂ ਦੇ ਵਿੱਚ ਇੱਜ਼ਤ ਨਹੀਂ ਪਾਉਂਦਾ। ਨਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਜ਼ਤ ਕੀਤੀ, ਤੇ ਨਾ ਉਹਨਾਂ ਨੇ ਜਿਹੜਾ ਮਨਸ ਕੀਤਾ ਹੋਇਆ ਬੰਦਾ ਜਿਹੜਾ ਉੱਥੇ ਕੱਲਿਆ ਸੀ, ਖੁਦਾ ਦਾ ਬੰਦਾ, ਉਹਦੀ ਵੀ ਨਹੀਂ ਕੀਤੀ। ਤੇ ਹੁਣ ਵੀ ਉਹੀ ਸਿਲਸਿਲਾ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਮੌਕਾ ਪ੍ਰਸਤੀ ਹੈ ਨਾ, ਉਹ ਅਸੀਂ ਉਸ ਮੌਕਾ ਪ੍ਰਸਤੀ ਦੇ ਵਿੱਚ ਜਿਹੜਾ ਆਮ ਸਧਾਰਨ ਬੰਦਾ ਉਹ ਰੁੜ ਜਾਂਦਾ, ਤਾਂ ਜਿਹੜੇ ਬਾਦਸ਼ਾਹ ਆ ਉਹ ਉਹਨੂੰ ਖਰੀਦ ਲੈਂਦੇ ਔਰ ਕੌਮ ਦਾ ਸਤਿਆਨਾਸ਼ ਕਰ ਦਿੰਦੇ। ਇਸ ਵੇਲੇ ਮੈਂ ਇਹ ਨਹੀਂ ਕਹਿੰਦਾ ਕਿ ਮਤਲਬ ਮਿਸਲਾਂ ਤੇ ਹੋ ਗਈਆਂ ਖਤਮ, ਪਰ ਅੱਜ ਜਿਹੜੀ ਬਾਦਲਾਂ ਦੀ ਮਿਸਲ ਆ, ਮੇਰਾ ਖਿਆਲ ਆ ਅੱਜ ਤਾਈਂ ਮੈਂ ਜੇ ਉਹਨੂੰ ਡਿਟੇਲ 'ਚ ਦੇਖਾਂ ਤੇ ਇੰਨਾ ਨੁਕਸਾਨ ਸਿੱਖ ਕੌਮ ਦਾ ਕਿਸੇ ਨੇ ਨਹੀਂ ਕੀਤਾ, ਨਾ ਕਾਂਗਰਸ ਨੇ ਜਾਂ BJP ਨੇ ਜਾਂ ਗੋਰਿਆਂ ਨੇ, ਜਿਹੜਾ ਅੱਜ ਬਾਦਲਾਂ ਨੇ ਸਾਰੇ ਪੰਜਾਬ ਨੂੰ ਵੇਚ ਕੇ ਖਾ ਲਿਆ ਤੇ ਇਹਨਾਂ ਦੇ ਨਾਲ ਕੀਤਾ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਉਹ ਸ਼ਹੀਦੀਆਂ ਉਹ ਬਲੀਦਾਨ ਹੀ ਮੈਂ ਤਾਂ ਲਫ਼ਜ਼ ਕਹੂੰਗਾ ਜਿਹੜੇ ਉਹਨਾਂ ਨੇ ਕੀਤੇ, ਈਵਨ ਪੰਜ ਪਿਆਰੇ, ਦੇਖੋ ਗੁਰੂ ਜੀ ਦਾ ਕਨਸੈਪਟ ਕਿ ਹਰ ਦਿਸ਼ਾ ਤੋਂ ਪੰਜ ਲੋਕ, ਉਹਦੇ 'ਚ ਕੋਈ ਦਿਓ ਜਾਂ ਕੋਈ ਉਹਦੇ ਵਿੱਚ ਸ਼ਰਮਾ ਜਾਂ ਇੱਦਾਂ ਦੇ ਪੰਡਤ ਇੱਕ ਵੀ ਨਜ਼ਰ ਨਹੀਂ ਆਉਂਦਾ ਮੈਨੂੰ। ਬੜੇ ਲੋਕ ਕਾਸਟ ਦੇ ਵਿੱਚ ਹਲ ਵਾਹ ਤੇ ਆਰਡੀਨਰੀ ਕੰਮ ਕਰਨ ਵਾਲੇ ਲੋਕ ਕਾਸਟ ਦੇ ਲੋਕ ਸੀ, ਜਿਹਦੇ ਵਿੱਚ ਉਹ ਇੱਕ ਕਾਮਨਵੈਲਥ ਆਫ ਸਿੱਖਿਜ਼ਮ ਕ੍ਰੀਏਟ ਕਰਨਾ ਚਾਹੁੰਦੇ ਸੀ। ਸਿੱਖ ਧਰਮ ਦੀ ਇੱਕ ਜਮਹੂਰੀਅਤ, ਇੱਕ ਸਿੱਖ ਕੌਮ ਦਾ ਕਨਸੈਪਟ ਲੈ ਕੇ ਉਹ ਚੱਲੇ ਸੀ, ਤਾਂ ਕਿ ਉਹਦੇ ਵਿੱਚ ਹਰ ਇੱਕ ਆਦਮੀ ਸ਼ਾਮਲ, ਕੋਈ ਜ਼ਾਤ ਨਹੀਂ। ਨਾ ਸਿਰਫ ਉਹਨਾਂ ਦੀ ਇੱਕ ਲੜਾਈ ਸੀ ਜਾਂ ਗੁਰੂਸ਼ਿਪ ਸੀ, ਸਾਰੀ ਸਮਾਜ ਨੂੰ ਬਦਲ ਦੇਣ ਦਾ ਉਹਨਾਂ ਦੇ ਵਿੱਚ ਇੱਕ ਅਨੁਭਵ ਸੀ। ਸਾਰੀ ਸਮਾਜ ਦੇ ਵਿੱਚ ਜਿਹੜੀ ਬੁੱਤ ਪ੍ਰਸਤੀ ਜਾਂ ਜਿਹੜੀ ਇਸ ਕਿਸਮ ਦੀ ਰੇਸ਼ੀਅਲਿਜ਼ਮ ਸੀ, ਉਹਨੂੰ ਖਤਮ ਕਰਨ ਦਾ ਜਿਹੜਾ ਕਨਸੈਪਟ ਸੀ, ਉਹਨਾਂ ਨੂੰ ਲੈ ਕੇ ਚੱਲੇ ਸੀ। ਤੇ ਪੰਜ ਪਿਆਰੇ ਉਹਨਾਂ ਨੇ ਕਾਇਮ ਕੀਤੇ। ਜਿਸ ਤੋਂ ਵੱਡੀ ਚੀਜ਼ ਇਹ ਕੀਤੀ ਕਿ 10ਵੀਂ ਪਾਤਸ਼ਾਹੀ 'ਚੋਂ ਜਿਹੜੀ ਮੈਂ ਕਹੂੰਗਾ 10 ਹੁਕਮ ਜੇ ਤੇ ਇੱਕ ਕੰਮ ਕਰਨ ਦੀ ਲੋੜ ਹੈ ਕਿ 10 ਗੁਰੂ ਜੀ ਹੈ, ਉਹਨਾਂ 'ਚੋਂ ਕਿਹੜੇ ਹੁਕਮ ਹੈ 10, ਉਹਨਾਂ 'ਚੋਂ ਮੈਂ 1-2 ਇਹ ਕਹੂੰਗਾ ਗੁਰੂ ਗੋਬਿੰਦ ਸਿੰਘ ਦੇ ਵਕਤ। ਇੱਕ ਤੇ ਇੱਕ ਪੀਰੀ ਔਰ ਮੀਰੀ ਦੇ ਕਨਸੈਪਟ ਨੂੰ ਉਭਾਰਨਾ ਔਰ ਪੈਦਾ ਕਰਨਾ। ਦੂਜਾ ਇਹ ਸੀ ਕਿ ਸਮਾਜੀ ਤੌਰ ਦੇ ਵਿੱਚ ਜਿਹੜੀਆਂ ਬੁਰਾਈਆਂ ਸੀ, ਔਰਤ ਦੇ ਦਰਜੇ ਨੂੰ ਨਾ ਮੰਨਣਾ, ਨਫ਼ਰਤ ਕਰਨੀ, ਇੱਕ ਜਾਤ ਪਾਤ ਦਾ ਕਨਸੈਪਟ ਜਿਹੜਾ ਸੀ ਉਹਨਾਂ ਨੂੰ ਖਤਮ ਕਰਕੇ ਇੱਕ ਬਾਟੇ ਦੇ ਵਿੱਚ ਉਹਨਾਂ ਨੇ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਕਿਹਾ, ਨਾਓ ਯੂ ਆਰ ਸਿੱਖ, ਤੂੰ ਹੁਣ ਖਾਲਸਾ। ਖਾਲਸਾ ਦਾ ਮਤਲਬ ਇਹ ਨਹੀਂ ਕਿ ਤੂੰ ਕਿਹੜੀ ਜਾਤੀ 'ਚੋਂ ਪੈਦਾ ਹੋਇਆ, ਖਾਲਸਾ ਦਾ ਮਤਲਬ ਇਹ ਹੈ ਕਿ ਪਿਓਰ ਜੀ, ਜਿਹੜਾ ਅਸਲਵਾਦ ਜਾਂ ਗੁਰਬਾਣੀ ਦੇ ਵਿੱਚ ਰੁਚਿਆ ਹੋਇਆ। ਅੱਛਾ ਡਾਕਟਰ ਸਾਹਿਬ, ਜਿਹੜਾ ਸਿੱਖ ਧਰਮ ਦਾ ਖਾਲਸਾ ਦਾ ਰੂਪ ਧਾਰਨ ਕਰਨਾ, ਜਿਹਨੂੰ ਪੋਹਲ ਖੰਡੇ ਬਾਟੇ ਦਾ ਪੋਹਲ ਕਹਿੰਦੇ ਦਿੱਤਾ ਗਿਆ, ਕੁਝ ਲੋਕ ਅੰਮ੍ਰਿਤ ਸ਼ਬਦ ਤੋਂ ਵੀ ਅੱਜ ਕੱਲ੍ਹ ਕਹਿਣ ਲੱਗ ਗਏ ਕਿ ਅੰਮ੍ਰਿਤ ਵੀ ਸ਼ਬਦ ਸ਼ਾਇਦ ਨਹੀਂ ਵਰਤਣਾ ਚਾਹੀਦਾ। ਅੰਮ੍ਰਿਤ ਸ਼ਬਦ ਜਿਹੜਾ ਵਾ ਉਹ ਬਾਣੀ ਦੇ ਵਾਸਤੇ ਵਰਤਿਆ ਗਿਆ, ਬਹੁਤ ਘੱਟ ਉਹਨੂੰ ਇਸਤੇਮਾਲ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਵੀ 1-2 ਵਾਰੀ ਕਹਿ ਰਹੇ ਨੇ, ਵਿਦਵਾਨ ਆਉਂਦਾ, ਕਹਿੰਦੇ ਨੇ ਕਿ ਉਹਨੂੰ ਖੰਡੇ ਬਾਟੇ ਦੀ ਪੋਹਲ ਜਿਹੜਾ ਸ਼ਬਦ ਆ ਉਹ ਜ਼ਿਆਦਾ ਸੂਟੇਬਲ ਆ, ਜਿਹੜਾ ਜਦੋਂ ਖਾਲਸੇ ਦੀ ਸਾਜਨਾ ਕੀਤੀ ਗਈ। ਅੱਛਾ, ਉਹਦੇ ਵਿੱਚ ਡਾਕਟਰ ਸਾਹਿਬ ਤੁਸੀਂ ਜਿਵੇਂ ਕਿਹਾ ਕਿ ਜਦੋਂ ਉਹਨਾਂ ਨੇ ਪੰਜਾਂ ਪਿਆਰਿਆਂ ਦਾ ਕਨਸੈਪਟ ਸਾਹਮਣੇ ਲਿਆਂਦਾ ਤੇ ਇੱਕ ਤਰ੍ਹਾਂ ਦਾ ਉਹਦੇ 'ਚੋਂ 2-3 ਚੀਜ਼ਾਂ ਸਾਹਮਣੇ ਆਈਆਂ। ਇੱਕ ਤੇ ਸਿੱਖ ਧਰਮ ਦਾ ਖਾਸਾ ਕਿ ਜਮਹੂਰੀ ਕਦਰਾਂ ਕੀਮਤਾਂ ਨੂੰ ਇਹ ਪਰਨਾਇਆ ਹੋਇਆ ਧਰਮ ਹੋਏਗਾ, ਯਾਨੀ ਕਿ
ਇੱਕ ਏਕਾਧਿਕਾਰ ਕਿਸੇ ਦਾ ਨਹੀਂ ਹੋਏਗਾ, ਇਹਦੇ ਵਿੱਚ ਜਿਹੜੀ ਸਾਰਿਆਂ ਦੀ ਰਾਏ ਆ ਉਹਨੂੰ ਸ਼ਾਮਲ ਕੀਤਾ ਜਾਏਗਾ। ਤੇ ਦੂਜਾ ਵੱਡਾ ਕਨਸੈਪਟ ਜਿਹੜਾ ਤੁਸੀਂ ਗਿਣਾਇਆ ਮੈਨੂੰ, ਉਹ ਇਹ ਕਿ ਉਹਦੇ ਵਿੱਚ ਕੋਈ ਵੀ ਉੱਚ ਜਾਤੀ ਦਾ ਕੋਈ ਮਤਲਬ ਜਿਹੜੇ ਆਪਣੇ ਆਪ ਨੂੰ ਉਸ ਸਮੇਂ ਦੇ ਬ੍ਰਾਹਮਣ ਪੰਡਤ ਗਿਣਦੇ ਸੀ ਉਹਦੇ ਵਿੱਚ ਸ਼ਾਮਲ ਨਹੀਂ ਸੀਗੇ। ਉਹਦੇ ਵਿੱਚ ਆਮ ਲੋਕ ਸੀਗੇ ਜਿਨ੍ਹਾਂ ਨੇ ਮੁੜ ਕੇ 22 ਧਾਰ ਦੇ ਰਾਜਿਆਂ ਦੀਆਂ ਲੜਾਈਆਂ ਵਿੱਚ ਵੀ ਤੇ ਉਸ ਤੋਂ ਬਾਅਦ ਵੀ ਮਤਲਬ ਛੱਕੇ ਛੜਾ ਦਿੱਤੇ ਜਦੋਂ ਉਹਨਾਂ ਦੇ ਹੱਥ ਹਥਿਆਰ ਆਏ ਤੇ ਉਹਨਾਂ ਨੇ ਉਹ ਗੁਰੂ ਸਾਹਿਬ ਦੀ ਫਿਲਾਸਫੀ ਸਮਝੀ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਫਿਰ ਯੁੱਧ ਦੇ ਵਿੱਚ ਕਮਾਲ ਦਿਖਾਈ ਸੀ। ਬਿਲਕੁਲ ਠੀਕ ਹੈ। ਹੁਣ ਜਿਹੜਾ ਖਾਲਸਾ ਹੈ ਨਾ, ਖਾਲਸਾ ਦੀ ਜਿਹੜੀ ਆ ਸਿਰਜਣਾ ਉਹ ਇਸ ਕਿਸਮ ਦੀ ਆ ਕਿ ਉਹ ਇੱਕ ਜਮਹੂਰੀਅਤ ਕਾਇਮ ਕਰਦੇ, ਔਰ ਇਸੇ ਕਰਕੇ ਹੀ ਉਹਨਾਂ ਨੇ ਕਿਹਾ ਕਿ ਹੁਣ 10ਵੀਂ ਪਾਤਸ਼ਾਹੀ ਤੋਂ ਬਗੈਰ ਤੁਹਾਡਾ ਕੋਈ ਗੁਰੂ ਨਹੀਂ। ਜਿਸ ਗੁਰੂ ਦੀ ਬਾਣੀ ਜਿਹੜੀ ਹੈ ਇਹ ਤੁਹਾਡਾ ਗੁਰੂ ਆ, ਔਰ ਇਹਨੂੰ ਪੜ੍ਹੋ, ਇਹਨੂੰ ਸਮਝੋ ਤੇ ਇਹਨੂੰ ਅਪਲਾਈ ਕਰੋ। ਕਿਉਂਕਿ ਜਿਹੜਾ ਹੁਣ ਸਾਡਾ ਝਗੜਾ ਹੈਗਾ, ਜਿਹੜੇ ਲੋਕ ਕਹਿੰਦੇ ਕਿ ਆਹ ਚੀਜ਼ਾਂ ਕੱਢ ਦਿਓ, ਆਹ ਚੀਜ਼ਾਂ ਪਾ ਦਿਓ, ਦੇਖੋ ਮੈਂ ਤੁਹਾਨੂੰ ਡਿਮੋਨਿਕ ਫੋਰਸਿਸ ਜਿਨ੍ਹਾਂ ਨੂੰ ਤੁਸੀਂ ਭੂਤ ਜਾਂ ਯਮਦੂਤ ਕਹਿੰਦੇ, ਉਹਦਾ ਕੰਮ ਕੀ ਹੈ? ਉਹਦਾ ਕੰਮ ਹੈ ਡਿਸਟਰੋਏ ਕਰਨਾ। ਕਿ ਜਿਹੜੀ ਗੁਰੂ ਦੀ ਬਾਣੀ ਆ ਉਹਨੂੰ ਡਿਸਟਰੋਏ ਕੌਣ ਕਰਦੇ ਆ? ਜਿਹੜਾ ਯਮ ਆ ਜਾਂ ਜਿਹੜਾ ਭੂਤ ਆ, ਇਹ ਨਹੀਂ ਵੀ ਧਰਮ ਦੇ ਖਿਲਾਫ, ਬਹੁਤ ਧਾਰਮਿਕ ਬੰਦਾ, ਬਹੁਤ ਧਾਰਮਿਕ ਬੰਦਾ। ਕਿੱਦਾਂ ਦਾ ਕਿ ਉਹਨੇ ਇਹ ਕੋਸ਼ਿਸ਼ ਕਰਨੀ ਕਿ ਜਿਹੜੀ ਬਾਣੀ ਸਾਡੇ 'ਚ ਇਹਦੇ 'ਚ ਇਨਫਿਲਟ੍ਰੇਸ਼ਨ ਕਰਨੀ, ਇਹਦੇ 'ਚ ਕੁਛ ਨਾ ਕੁਛ ਐਡ ਕਰਨਾ ਤੇ ਘਟਾਉਣਾ। ਐਡੀਸ਼ਨ ਐਂਡ ਸਬਸਟ੍ਰੈਕਸ਼ਨ ਜਿਹੜੀ ਆ ਉਹ ਇੱਕ ਰਿਲੀਜੀਅਸ ਫਲਸਫੇ ਨੂੰ ਜਾਂ ਕੌਮ ਨੂੰ ਮਾਰਦੀ ਆ। ਉਹਦੇ ਨਾਲ ਨਾਲ ਉਸਾਰੀ ਕੀ ਕਰਦਾ ਸ਼ੈਤਾਨ? ਉਸਾਰੀ ਇਹ ਕਰਦਾ ਕਿ ਯਾਰ ਤੁਹਾਨੂੰ ਉੱਥੇ ਹਰਿਮੰਦਰ ਸਾਹਿਬ ਜਾਣ ਦੀ ਲੋੜ ਨਹੀਂ, ਉੱਥੇ ਕਿੱਥੇ ਤੁਸੀਂ ਨੰਦੇੜ ਸਾਹਿਬ ਜਾਓਗੇ, ਏਡੀ ਦੂਰ ਹਜ਼ੂਰ ਸਾਹਿਬ। ਇੱਦਾਂ ਕਰਦੇ ਆ ਸਾਡਾ ਜਿਹੜਾ ਡੇਰਾ ਬਣ ਗਿਆ ਹੈਗਾ ਨਾ ਜਲੰਧਰ, ਜਾਂ ਆਪਣੇ ਨੂਰ ਮਹਿਲ 'ਚ ਬਣ ਗਿਆ, ਜਾਂ ਹੋਰ ਕਿਸੇ ਥਾਂ ਤੋਂ ਆਪਣੇ ਬਣ ਗਿਆ। ਇੱਦਾਂ ਦੇ ਕਈ ਡੇਰੇ ਕਿ ਤੁਸੀਂ ਸਾਡੇ ਕੋਲ ਆਓ, ਸਾਨੂੰ ਰੱਬ ਨੇ ਬਣਾਤਾ ਆਪਣੇ ਪੁੱਤਰ, ਉਹਨੇ ਸਾਨੂੰ ਦੱਸਤਾ ਤੇ ਤੁਸੀਂ ਸਾਨੂੰ ਪੂਜਾ ਕਰੋ। ਦੇਖੋ ਮੈਂ ਇੱਕ ਗੱਲ ਦੱਸਾਂ ਬੜੀ ਪ੍ਰੀਸਾਈਜ਼ਲੀ ਔਰ ਬੜੇ ਕੰਮ ਦੀ। ਇੱਕ ਓਂਕਾਰ ਦਾ ਮਤਲਬ ਇੱਕ ਗॉड, ਵਾਹਿਦ ਗॉड। ਵਾਹਿਦ ਸ਼ਬਦ ਦਾ ਮਤਲਬ ਆ ਇਬਰਾਨੀ ਜ਼ੁਬਾਨ 'ਚ ਵਖੀਦ। ਵਖੀਦ ਦਾ ਮਤਲਬ ਆ ਕਿ ਐਬਸੋਲੂਟ ਵਨ ਨਹੀਂ, ਵਖੀਦ ਦੇ ਵਿੱਚ ਜਮਾ ਜਿਹੜੀ ਉਹਦੀ ਕੁਦਰਤ ਜਾਂ ਉਹਦੀ ਜਿਹੜੀ ਪ੍ਰਸਤਤ ਜਾਂ ਉਹਦੀ ਉਸਤਤ ਜਿਹੜੀ ਉਹਦੇ 'ਚ ਸਾਰੀ ਸ਼ਾਮਲ ਆ। ਤੇ ਜਿਹੜਾ ਇਦਾਂ ਦੇ ਗੁਰੂ ਬਣਦੇ ਆ ਉਹ ਕੀ ਕਹਿੰਦੇ ਕਿ ਨਹੀਂ ਇਹ ਗੱਲ ਗਲਤ ਆ ਜੀ, ਇਹ ਜਿਹੜੇ ਸਿੱਖ ਧਰਮ ਕਹਿੰਦੇ ਉਹਨੇ ਗਾਂ ਵੀ ਚਲਾਉਣੇ ਆ, ਗਾਂ ਵੀ ਗੁਰੂ ਪੈਦਾ ਹੋਏ, 11ਵੀਂ ਪਾਤਸ਼ਾਹੀ ਪੈਦਾ ਹੋਈ, 12ਵੀਂ ਪਾਤਸ਼ਾਹੀ। ਰਾਮ ਸਿੰਘ ਹੋਰਾਂ ਦਾ ਜਿਹੜਾ ਪ੍ਰੋਗਰਾਮ ਹੈ, ਬਿਲਕੁਲ ਜੀ, ਉਹ ਰਲਾ ਜਿਹੜਾ ਧਰਮ ਦੇ ਵਿੱਚ ਪਾਉਣ ਦੇ ਯਤਨ ਹੁੰਦੇ ਬਾਅਦ 'ਚ। ਇਹ ਸਾਰੇ ਦੇ ਸਾਰੇ ਸੱਟ ਮਾਰਦੇ ਆ ਸਿੱਖ ਧਰਮ ਦੀ ਉਸ ਖੂਬਸੂਰਤ ਬਾਣੀ ਦੇ ਉੱਤੇ ਜਾਂ ਟੀਚਿੰਗ ਦੇ ਉੱਤੇ। ਤੇ ਡਾਕਟਰ ਸਾਹਿਬ ਸਮਾਂ ਆਪਣਾ ਲਗਭਗ ਮੁਕੰਮਲ ਆ ਤੇ ਮੈਂ ਤੁਹਾਡੇ ਕੋਲ, ਤੁਸੀਂ ਭਾਈ ਨੰਦ ਲਾਲ ਹੋਰਾਂ ਦਾ ਜ਼ਿਕਰ ਕੀਤਾ ਸੀਗਾ, ਉਹਨਾਂ ਦੀ ਇੱਕ ਬੜੀ ਉੱਤਮ ਰਚਨਾ ਗੁਰੂ ਗੋਬਿੰਦ ਸਿੰਘ ਬਾਰੇ, ਜਿਹੜੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਮੈਂ ਦੇਖ ਰਿਹਾ ਉੱਪਰੋਂ ਹੱਕ ਰਾ ਗਜ਼ੂਰ ਗੁਰੂ ਗੋਬਿੰਦ ਸਿੰਘ। ਔਰ ਇਹ ਜਿਹੜੀ ਗੁਰੂ ਗੋਬਿੰਦ ਸਿੰਘ ਬਾਰੇ ਉਹਨਾਂ ਦੇ ਤਸਰਾਤ ਨੇ ਭਾਈ ਨੰਦ ਲਾਲ ਹੋਰਾਂ ਦੇ, ਇਹ ਗੁਰੂ ਸਾਹਿਬ ਨੂੰ ਇੱਕ ਅਧਿਆਤਮਕਵਾਦੀ, ਇੱਕ ਸੰਤ ਦੇ ਰੂਪ 'ਚ ਹੀ ਪੇਸ਼ ਨਹੀਂ ਕਰਦੇ, ਉਹਨਾਂ ਨੂੰ ਇੱਕ ਬਾਦਸ਼ਾਹ ਦੇ ਰੂਪ ਦੇ ਵਿੱਚ, ਇੱਕ ਯੋਧੇ ਦੇ ਰੂਪ ਦੇ ਵਿੱਚ, ਇੱਕ ਪਰਉਪਕਾਰੀ ਮਨੁੱਖ ਦੇ ਰੂਪ ਵਿੱਚ ਵੀ ਸਾਡੇ ਸਾਹਮਣੇ ਲੈ ਕੇ ਆਉਂਦੇ ਆ। ਇਹਦੇ ਬਾਰੇ ਕੁਝ ਜਾਂਦੇ ਕਮੈਂਟ ਕਰਨਾ ਚਾਹੋਗੇ ਗੁਰੂ ਸਾਹਿਬ ਦੀ ਸ਼ਖਸੀਅਤ ਬਾਰੇ? ਹਾਂ, ਉਹਦੀ ਗੱਲ ਇਹ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਸ਼ਬਦ ਹੈ ਕਿ ਜੋ ਹਮਕੋ ਪਰਮੇਸ਼ਰ ਉਚਰੇ, ਪਰਮੇਸ਼ਰ ਜਾਣੇ, ਉਹ ਨਰਕ ਰੂਪ ਵਿੱਚ ਜਾਏ। ਨਰਕ ਕੁੰਡ में पड़े हैं जी। ਹਾਂ, ਪਹਿਲੇ ਗੁਰੂ ਤੋਂ ਲਾ ਕੇ ਆਖਰੀ ਗੁਰੂ ਤੱਕ ਕਿਸੇ ਗੁਰੂ ਨੇ ਆਪਣੇ ਆਪ ਨੂੰ ਗॉड ਨਹੀਂ ਮੰਨਿਆ ਜੀ। ਸੋ ਜਿਹੜੀਆਂ ਕੁਤੀਤੀਆਂ ਸੰਤਵਾਦ ਤੇ ਆਦਿਵਾਦ ਦਾ ਡੇਰੇ ਤੇ ਟਿੱਲੇ ਆ, ਜਿਹੜੇ ਆਪਣੇ ਆਪ ਨੂੰ ਗॉड ਬਣਾ ਰਹੇ ਆ, ਉਹ ਸਿੱਖ ਧਰਮ ਦੇ ਵੱਡੇ ਦੁਸ਼ਮਣ। ਗੁਰੂ ਜੀ ਮਹਾਰਾਜ ਦੀ ਬਾਬਤ ਜਿਹੜੀ ਐਜ਼ ਏ ਲੀਡਰ, ਰਿਲੀਜੀਅਸ ਲੀਡਰ, ਐਜ਼ ਏ ਕਿੰਗ ਜਾਂ ਇੱਕ ਸਮਾਜ ਸੁਧਾਰਕ ਦੇ ਤੌਰ ਤੇ ਜਿਹੜਾ ਉਹਨਾਂ ਦਾ ਸਾਹਮਣੇ ਭਾਈ ਨੰਦ ਲਾਲ ਜੀ ਹੋਰਾਂ ਨੇ ਸਾਹਮਣੇ ਰੂਪ ਸਾਡੇ ਪੇਸ਼ ਕੀਤਾ, ਉਹ ਪਰਮ ਹੈ। ਪਰ ਉਹਨਾਂ ਨੇ ਇਹ ਨਹੀਂ ਕਿਤੇ ਵੀ ਕਿਹਾ ਕਿ ਉਹ ਖੁਦਾ ਸੀ ਜੀ, ਤੇ ਨਾ ਗੁਰੂ ਜੀ ਇਸ ਗੱਲ ਨੂੰ ਮੰਨਦੇ। ਤੇ ਮੈਂ ਮਹਿਸੂਸ ਕਰਦਾ ਕਿ
ਸਾਡੀ ਲੋੜ ਹੈ, ਹੁਣ ਵਕਤ ਥੋੜ੍ਹਾ ਬੇਸ਼ੱਕ, ਕਿ ਸਾਡੀ ਲੋੜ ਹੈ ਇਸ ਵੇਲੇ ਕਿ ਸਾਡੇ ਜਿਹੜੇ ਸਕਾਲਰ ਹੈ ਸਿੱਖ ਧਰਮ ਦੇ, ਉਹ ਇਹਦੇ 'ਤੇ ਬੈਠ ਕੇ ਵਿਚਾਰ ਕਰਨ, ਔਰ ਇਹ ਸਿੱਖ ਕੌਮ ਨੂੰ ਜੇ ਸੇਧ ਦੇ ਸਕਦੇ ਤੇ ਉਹ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਜਾਂ ਸਕਾਲਰ ਹੀ ਹੈ। ਉਹ ਦੇਣ ਨੂੰ ਤਿਆਰ ਨਹੀਂ, ਤੇ ਰੱਬ ਉਹਨਾਂ ਨੂੰ ਸਮੱਤਿਆ ਬਖਸ਼ੇ ਕਿ ਉਹ ਸਿੱਖ ਦਾ ਸਿੱਖ ਫਲਸਫਾ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਦੇ ਨੂਰ ਦੇ ਵਿੱਚ, ਉਹਦੀ ਰੋਸ਼ਨੀ ਵਿੱਚ ਚੱਲਣਾ ਸਿੱਖ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਿਲਕੁਲ ਤੁਸੀਂ ਦਰੁਸਤ ਫਰਮਾਇਆ। ਇਸ ਵੇਲੇ ਭਾਰਤ ਵਿੱਚ ਅਨੇਕਾਂ ਯੂਨੀਵਰਸਿਟੀਆਂ ਨੇ ਜਿੱਥੇ ਗੁਰੂ ਸਾਹਿਬਾਂ ਦੇ ਨਾਂ 'ਤੇ ਚੇਅਰ ਤਾਂ ਸਥਾਪਿਤ ਕਰ ਦਿੱਤੀ ਜਾਂਦੀ ਆ, ਪਰ ਕੰਮ ਨਹੀਂ ਹੁੰਦਾ, ਉਹਦੀ ਫੰਡਿੰਗ ਨਹੀਂ ਹੁੰਦੀ, ਅਤੇ ਨਾ ਹੀ ਨਿੱਠ ਕੇ ਕੰਮ ਕਰਨ ਦਾ ਜਜ਼ਬਾ ਸਾਡੇ ਵਿਦਵਾਨਾਂ ਵਿੱਚ ਹੈ। ਜੇਕਰ ਸੱਚਮੁੱਚ ਹੀ ਇਹ ਅਜੋਕੇ ਸਮਿਆਂ ਦੇ ਵਿੱਚ ਪਾਏ ਭਰਮ ਭੁਲੇਖੇ ਵਿਦਵਾਨਾਂ ਨੇ ਦੂਰ ਕਰਨੇ ਨੇ, ਅਤੇ ਨਿੱਠ ਕੇ ਗੁਰੂ ਸਾਹਿਬ ਦੀ ਗੁਰਬਾਣੀ ਦੀ ਲੌ ਦੇ ਵਿੱਚ ਸਾਰਾ ਕੁਝ ਸਿੱਖੀ ਨੂੰ ਸਮਝ ਕੇ ਦੁਬਾਰਾ ਉਹਦੀ ਪੇਸ਼ਕਾਰੀ ਕਰਨ ਦੀ ਇੱਕ ਵੱਡੀ ਜ਼ਰੂਰਤ ਜ਼ਰੂਰ ਸਾਨੂੰ ਨਜ਼ਰ ਆਉਂਦੀ ਆ, ਤਾਂ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਸਿੱਖੀ ਦੀ ਅਸਲ ਜਿਹੜੀ ਰੂਹ ਆ ਉਹਨੂੰ ਸਮਝ ਸਕਣ, ਉਹਨੂੰ ਪੜ੍ਹ ਸਕਣ, ਅਤੇ ਉਹਦੇ ਮੁਤਾਬਕ ਆਪਣਾ ਜੀਵਨ ਜਿਹੜਾ ਉਹ ਜੀ ਸਕਣ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ।